ਹਲਕਾ ਗਿੱਦੜਬਾਹਾ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਦੌਰਾ ਕਰਨ ਪਹੁੰਚੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਗੁਰਦੁਆਰਾ ਗੁਪਤਸਰ ਸਾਹਿਬ ਦੇ ਬਾਹਰ ਭਾਰੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਿਸਾਨਾਂ ਦੇ ਇਕੱਠ ਵਿੱਚ ਜਾ ਕੇ ਉਹਨਾਂ ਦੇ ਸਵਾਲ ਦਾ ਜਵਾਬ ਦਿੱਤਾ ਅਤੇ ਲੰਬੀ ਬਹਿਸਬਾਜ਼ੀ ਤੋਂ ਬਾਅਦ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਜਲਦੀ ਹੀ ਕਿਸਾਨਾਂ ਦੀ ਪੰਜਾਬ ਸਰਕਾਰ ਵੱਲੋਂ ਇੱਕ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿੱਚ ਪੰਜਾਬ ਦਾ ਸਮੂਹ ਮੀਡੀਆ ਸੱਦਿਆ ਜਾਵੇਗਾ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇਗਾ। ਆਓ ਤੁਹਾਨੂੰ ਦਿਖਾ ਰਿਹਾ ਸਾਡੇ ਪੱਤਰਕਾਰ ਗੁਰਪ੍ਰੀਤ ਸੰਧੂ ਦੀ ਇਹ ਖਾਸ ਰਿਪੋਰਟ। ਸਾਲਾਂ ਦੀ ਉਮਰ ਦੇ ਵਿੱਚ ਹੁਣ ਮੇਰੀ ਗੱਲ ਪਹਿਲੀ ਵਾਰੀ ਬਹੁਤ ਤਕੜਾ ਕਿਸਾਨ ਅੰਦੋਲਨ ਧੱਕਾ ਨਾ ਦੋ ਕਿਸਾਨ ਪਹਿਲਾਂ ਵੀ ਸੀ, ਅਸੀਂ ਵੀ ਮੈਂ ਤਾਂ ਅਗਰ ਕੋਈ ਇਸ ਤਰ੍ਹਾਂ ਦਾ ਫੈਸਲਾ ਆਇਆ ਸੀ ਤੁਹਾਡੇ ਮੁਤਾਬਕ ਜਿਹੜਾ ਗੈਟ ਆਇਆ ਸੀ, ਉਦੋਂ ਆਪਾਂ ਲੋਕਾਂ ਨੇ ਮੈਂ ਐਡਾ ਕੋਈ ਅੰਦੋਲਨ ਨਹੀਂ ਵੇਖਿਆ। ਆਪਾਂ ਨੂੰ ਉਦੋਂ ਅੰਦੋਲਨ ਕਰਨਾ ਚਾਹੀਦਾ ਸੀ। ਆਪਾਂ ਨੂੰ ਲੜਾਈ ਕਰਨੀ ਸੀ। ਅਸੀਂ ਵੀ ਨਹੀਂ ਜੰਮੇ ਸੀਗੇ ਉਦੋਂ। ਫਿਰ ਆਪਣੀ ਗਲਤੀ ਕੋਈ ਸੁਣਿਆ ਸੀ ਪੜਿਆ ਨਹੀਂ। ਅਗਲੀ ਗੱਲ ਸੁਣੋ ਜੀ, ਅੱਗੇ ਆਓ ਜੀ। ਅਗਲਾ ਸਵਾਲ ਸਾਡਾ ਇਹਨਾਂ ਨੇ ਜਿਹੜੀ ਪੂਰੇ ਕਰ ਜਿਹੜਾ ਅਗਲਾ ਸਵਾਲ ਹੈ ਜੀ, ਅਗਲਾ ਸਵਾਲ ਮੈਂ 1995 ਦੀ ਲੜਾਈ ਨਹੀਂ ਲੜ ਸਕਦਾ। ਗੱਲ ਨਹੀਂ ਕਰ ਦਿਓ। ਮੈਂ ਅੱਜ ਦੀ ਲੜਾਈ ਲੜ ਸਕਦਾ। 2006 ਦੀ ਲੜ ਸਕਦਾ। ਅੱਜ ਦੀ 6 ਤੇ ਆ ਜਾਓ, 6 ਤੇ ਆ ਜਾਓ। ਯਾਰ ਹੁਣ ਇੱਕ ਅਗਲਾ ਸਵਾਲ ਹੈ ਜੀ। ਇੱਕ ਪਹਿਲਾਂ ਤਾਂ ਭਾਈ ਸਾਹਿਬ ਤੁਸੀਂ ਆਪਾਂ ਆਥੋਰਾਈਜ਼ ਕੀਤਾ ਇਹਨਾਂ ਨੂੰ ਸਵਾਲ ਕਰਨਾ। ਹਰੇਕ ਬੰਦਾ ਪਤਾ ਨਹੀਂ ਲੱਗਦਾ ਕੁਝ ਸਵਾਲ ਤੁਹਾਡੇ ਸਾਰੇ ਦਲੀਲ ਕਰਾਂਗੇ। ਅਗਲਾ ਆ ਜਾਓ ਜੀ। ਜਿਹੜੀ ਨੈਸ਼ਨਲ ਪਾਰਟੀ ਕਾਂਗਰਸ ਆ, ਉਹਦੇ ਰਾਜਕਾਲ ਦੌਰਾਨ 2 ਕਮਿਸ਼ਨ ਬੈਠੇ ਜਿਹੜੇ ਖੇਤੀਬਾੜੀ ਸੰਬੰਧੀ ਸੀ। ਪਹਿਲਾਂ ਅਸੀਂ ਗੈਟ ਦੇ ਸੰਬੰਧ 'ਚ ਵੀ ਭਾਰਤ ਗੈਟ ਦਾ ਮੈਂਬਰ ਬਣੇ ਕਿ ਨਾ। ਜਿਹੜਾ ਕਮਿਸ਼ਨ ਬੈਠਾ ਸੀ ਉਹਨੇ ਕਾਂਗਰਸ ਨੂੰ ਇਹ ਗੱਲ ਕਹਿਤੀ ਸੀ ਵੀ ਭਾਰਤ ਨੂੰ ਇਹਦਾ ਮੈਂਬਰ ਨਹੀਂ ਬਣਨਾ ਚਾਹੀਦਾ। ਇਹਨਾਂ ਦੀ ਮਾਂ ਪਾਰਟੀ ਉਹਦੇ ਉਲਟ ਜਾ ਕੇ ਉਹਦਾ ਮੈਂਬਰ ਬਣੀ। ਦੂਸਰਾ ਕਮਿਸ਼ਨ ਬੈਠਾ 2004 ਦੇ ਵਿੱਚ 6 ਦੇ ਵਿੱਚ ਉਹਨੇ ਰਿਪੋਰਟ ਤਿਆਰ ਕੀਤੀ, ਜਿਸ ਰਿਪੋਰਟ ਦਾ ਨਾਮ ਪਿਆ ਡਾਕਟਰ ਸਵਾਮੀਨਾਥਨ ਦੀ ਰਿਪੋਰਟ। ਉਹ ਰਿਪੋਰਟ ਇਹ ਕਹਿੰਦੀ ਸੀ ਵੀ ਜੇ ਕਿਸਾਨਾਂ ਤੋਂ ਖੇਤੀ ਕਰਾਉਣੀ, ਜੇ ਇਹਨਾਂ ਸਿਰੋਂ ਕਰਜ਼ਾ ਲਾਉਣਾ ਤੇ ਇਹਨਾਂ ਨੂੰ ਲਾਗਤ ਖਰਚਿਆਂ ਦੇ 50% ਨਫਾ ਦੇਣਾ ਬਣਦਾ ਹੈ। ਉਹ ਰਿਪੋਰਟ 6 'ਚ ਤਿਆਰ ਹੋ ਗਈ। 14 ਤੱਕ ਇਹਨਾਂ ਦੀ ਸਰਕਾਰ ਰਹੀ, ਪਰ ਇਹਨਾਂ ਦੇ ਟੇਬਲ ਤੇ ਰੁਲਦੀ ਰਹੀ। ਪੁੱਛੋ ਮੰਤਰੀ ਸਾਹਿਬ ਜੀ, ਤੁਸੀਂ ਉਹ ਲਾਗੂ ਕਿਉਂ ਨਹੀਂ ਕੀਤੀ? ਤੁਹਾਡੀ ਪਾਰਟੀ ਨੇ ਲਾਗੂ ਕਿਉਂ ਨਹੀਂ ਕੀਤੀ? ਚਲੋ ਪਹਿਲਾਂ ਫੇਰ ਉਹੀ ਸਵਾਲ ਕਿ ਮੈਂ ਉਸ ਵੇਲੇ ਮੁਕੰਮਲ ਪੋਲਿਟਿਕਸ 'ਚ ਨਹੀਂ ਸੀ, ਇੱਕ ਸਟੂਡੈਂਟ ਸੀ। ਇਹਦੇ ਬਾਰੇ ਮੈਂ ਸਵਾਲ ਦਾ ਕੀ ਜਵਾਬ ਦੇਵਾਂ? ਪਰ ਮੈਂ ਆਪਦੀ ਬੁੱਧੀ ਮੁਤਾਬਕ ਐਜ਼ ਏ ਮਿਨਿਸਟਰ ਆਫ ਪੰਜਾਬ ਗਵਰਨਮੈਂਟ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ। ਇਹ ਕਹਿੰਦੇ ਆ ਕਿ ਮੈਂ ਕਹਿ ਰਿਹਾ ਸੱਚ ਹੈ। ਇਹ ਕਹਿ ਰਿਹਾ ਇੱਕ ਮਿੰਟ ਪੜੋ। ਮੈਂ ਕਹਿ ਰਿਹਾ ਮੈਂ ਸੱਚ ਹੈ। ਇਹ ਕਹਿ ਰਿਹਾ ਇਹ ਸੱਚ ਹੈ। ਇਹ ਕਹਿੰਦਾ ਇਹ ਸੱਚ ਹੈ। ਮੇਰੀ ਬੇਨਤੀ ਹੈ, ਮੈਂ ਕਿਸਾਨ ਯੂਨੀਅਨ ਦੀ ਜਥੇਬੰਦੀ ਨੂੰ ਬੇਨਤੀ ਕਰਨੀ ਚਾਹੁੰਦਾ, ਤੁਹਾਡੇ ਜਿੰਨੇ ਸਵਾਲ ਹੈ ਤੁਸੀਂ ਇੱਕ ਲਿਖਤ ਦੇ ਵਿੱਚ ਅੱਜ ਨਹੀਂ 2 ਦਿਨਾਂ ਨੂੰ 3 ਨੂੰ ਦਿਓ। ਮੈਂ ਖੇਤੀਬਾੜੀ ਦੇ ਸਾਡੇ ਆਫੀਸਰ ਨਾਲ, ਖੇਤੀਬਾੜੀ ਮੰਤਰੀ ਨਾਲ ਰਾਜਾ ਵੜਿੰਗ, ਮੈਂ ਉਦੋਂ ਬਲੀਵ ਕਰਾਂਗਾ ਜਦੋਂ ਮੈਂ ਉਹ ਨੋਟੀਫਿਕੇਸ਼ਨ ਵੇਖੂੰਗਾ ਤੁਹਾਡੇ ਕਹਿਣ ਨਾਲ। ਵੀ ਮੈਂ ਉਦੋਂ ਕਹਿ ਦਿਆਂ ਮੈਂ ਤੁਹਾਨੂੰ ਕੀ ਪਤਾ ਤੁਹਾਡੀ ਕਿਵੇਂ ਮੰਨ ਲਾਂ ਵੀ ਸੁਣੋ ਜੀ। ਬਹੁਤ ਵਧੀਆ ਗੱਲ ਕੀਤੀ ਜੀ ਇਹਨਾਂ ਨੇ। ਇਹਨਾਂ ਦੇ ਨੌਲੇਜ ਨਹੀਂ ਹੋਣੀ। ਨਹੀਂ ਨੌਲੇਜ ਨਹੀਂ, ਤੁਹਾਡੀ ਨੌਲੇਜ ਨਹੀਂ ਹੋਣੀ। ਮੈਂ ਇਹ ਗੱਲ ਕਲੀਅਰ ਕਰਦਾ ਜੀ। ਮੈਂ ਜਿੰਨਾ ਚਿੱਕਰ ਕਿਸੇ ਗੱਲ ਦਾ ਸਾਡੀ ਤੁਸੀਂ ਹੁਣ ਜਿਹੜਾ ਬੰਦਾ ਕਹਿੰਦਾ, ਕੋਈ ਕਹਿੰਦਾ ਜਿਹੜਾ ਜੰਮਿਆ ਨਹੀਂ ਉਸ ਵੇਲੇ, ਉਹ ਕਹਿੰਦਾ ਜੀ 1990 ਚ 99 ਚ ਐ ਹੋਇਆ, ਭਾਈ ਜੀ 98 ਚ ਐ ਹੋਇਆ। ਤੁਸੀਂ ਆਪਦੇ ਕਾਗਜ਼ਾਂ ਨਾਲ ਆਓ। ਇੱਕ ਮਿੰਟ ਨੋਟ ਮੈਨੀਫੈਸਟੋ, ਪਹਿਲਾਂ ਇਸ ਦੀ ਗੱਲ ਕਰੋ। ਕਰੋ। ਤੁਸੀਂ ਨੋਟੀਫਿਕੇਸ਼ਨ ਦੇ ਨਾਲ ਆਓ। ਮੇਰੇ ਅਫਸਰ ਪੰਜਾਬ ਸਰਕਾਰ ਦੇ ਖੇਤੀਬਾੜੀ, ਅਸੀਂ ਪ੍ਰੈਸ ਕਾਨਫਰੰਸ ਸਾਰੀ ਅਸੀਂ ਪੰਜਾਬ ਦੀ ਪ੍ਰੈਸ ਬੁਲਾਵਾਂਗੇ। ਉੱਥੇ ਆਪਾਂ ਦੁੱਧ ਦਾ ਦੁੱਧ ਪਾਣੀ ਹੋ ਜਾਊਗਾ। ਨਾਲੇ ਜਨਤਾ ਨੂੰ ਪਤਾ ਲੱਗ ਜੂ ਵੀ ਵਾਕਿਆ ਸਾਡੇ ਵੇਲੇ ਹੋਇਆ ਕਿ ਕਿਸੇ ਹੋਰ ਵੇਲੇ ਹੋਇਆ, ਤੇ ਹੋਇਆ ਵੀ ਤੁਹਾਡੇ ਖਿਲਾਫ ਕਿ ਨਹੀਂ ਹੋਇਆ। ਤੁਸੀਂ ਐਵੇਂ ਕਹੀ ਜਾਂਦੇ ਹੋ। ਸੁਣੋ ਜੀ ਸੁਣੋ, ਇਹ ਆਪਣੇ ਮੰਤਰੀ ਸਾਹਿਬ ਕਹਿ ਰਹੇ ਆ ਵੀ ਸਾਡੇ ਜਿਹੜੇ ਕਾਂਗਰਸ ਵਾਲੇ ਉਹਨਾਂ ਨੂੰ ਨਹੀਂ ਪਤਾ ਇਸ ਬਾਰੇ। ਨਹੀਂ ਪਰ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਜੀ, ਜਿੰਨੇ ਵੀ ਤੁਹਾਨੂੰ ਯਾਦ ਕਰਾਉਂਦੇ ਆ ਜੀ, ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸੁਣੋ ਵੀ ਜਿੰਨੇ ਵੀ ਸਾਡੇ MLA ਆ, ਉਹਨਾਂ ਨੇ ਇੱਕ ਰਾਜ ਸਭਾ ਦੇ ਵਿੱਚ ਮਤਾ ਪਾਇਆ ਹੈ ਵੀ ਇਹ ਕਾਨੂੰਨ ਗਲਤ ਹੈ, ਤਾਂ ਇਹ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ। ਕੀ ਉਦੋਂ ਨਹੀਂ ਪੜ੍ਹੇ ਸੀ ਇਹਨਾਂ ਨੇ? MLA ਸਾਹਿਬ ਸੀ, ਕੀ ਨਹੀਂ ਪੜ੍ਹੇ? ਕੀ ਨਹੀਂ ਪੜ੍ਹੇ ਇਹਨਾਂ ਨੇ? ਅਸੀਂ ਮਤੇ ਵਾਪਸ ਪਾਇਆ। ਮੇਰਾ ਇੱਕ ਤੁਹਾਨੂੰ ਇੱਕ ਸਵਾਲ ਹੈ, ਐਵੇਂ ਤਾਂ ਨਹੀਂ ਸੈਂਡ ਕਰਦੇ। ਮੇਰਾ ਇੱਕ ਤੁਹਾਨੂੰ ਬੜੇ ਬਿਨੇ ਸਰ ਜੀ, ਚਲੋ ਅਗਲਾ ਵੀ ਹੈਗਾ। ਇੱਕ ਮਿੰਟ 10 ਮਿੰਟ ਤਾਂ ਹੋ ਗਏ, ਪਰ ਕੋਈ ਨਹੀਂ, 2 ਮਿੰਟ ਹੋਰ ਦੇ 5 ਲਓ। ਇਸ ਗੱਲ ਤੇ ਪੜ੍ਹੇ ਕਿ ਨਹੀਂ ਪੜ੍ਹੇ, ਮੈਂ ਤੁਹਾਨੂੰ ਆਖਿਆ ਕਿ ਪ੍ਰੈਸ ਦੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਵੀ ਕੌਣ ਸੱਚਾ, ਕਿ ਤੁਸੀਂ ਸੱਚੇ ਹੋ ਕਿ ਅਸੀਂ ਸੱਚੇ ਹਾਂ। ਇਸ ਮੁੱਦੇ ਤੇ ਨਹੀਂ ਤੁਸੀਂ ਇਕੱਲੇ ਨੇ ਪੜ੍ਹੇ, ਸਾਨੂੰ ਵੀ ਪੜ੍ਹਨਾ। ਜੱਜ ਕਹਿੰਦਾ ਹੈ ਫੈਸਲਾ ਮੈਂ ਦੇਊਂਗਾ
ਕਿ ਕਿਹਨੇ ਗੋਲੀ ਮਾਰੀ ਹੈ, ਬਟ ਮੈਂ FIR ਪੜੂੰਗਾ, ਮੈਨੂੰ ਟਾਈਮ ਦਿਓ, ਡੇਟ ਪਾਤੀ। ਸਾਨੂੰ ਤੁਹਾਡੇ ਨਾਲ ਵਾਅਦਾ ਕਰਦਾ ਹੈ, ਤੁਸੀਂ ਆਪਦੇ ਕਾਨੂੰਨ ਲਿਆਓ, ਅਸੀਂ ਆਪਦਾ ਕਾਨੂੰਨ ਉਹ ਬੰਦੇ ਪਾਵਾਂਗੇ, ਅਸੀਂ ਪੜ੍ਹ ਕੇ ਦੱਸਾਂਗੇ ਔਰ ਪਬਲਿਕ ਦੇ ਸਾਹਮਣੇ ਰਿਪੋਰਟ ਤੇ। ਮੈਂ ਕਹਿੰਦਾ ਇਹਨੇ ਕਤਲ ਕੀਤਾ ਜਦੋਂ ਤੂੰ ਕੀਤਾ ਹੀ ਨਹੀਂ, ਤੁਸੀਂ ਕੀਤਾ ਹੀ ਨਹੀਂ। ਅੱਛਾ, ਅਗਲੀ ਗੱਲ ਜਿਹੜੀ ਤੁਸੀਂ ਗੱਲ ਕਰ ਲਿਓ, ਮੇਰਾ ਤੁਹਾਨੂੰ ਇੱਕ ਸਵਾਲ ਹੈ ਕਰੋ ਜੀ। 31 ਜਥੇਬੰਦੀਆਂ, ਹਾਂਜੀ, ਮੈਂ ਅਗਰਾਹਾਂ ਸਾਹਿਬ ਦੀ ਵੀ ਵਾਹਵਾ ਵੱਡੀ ਜਥੇਬੰਦੀ, ਉਹਨਾਂ ਨੂੰ ਮੈਂ ਸੁਣਦੇ ਵੇਖਿਆ ਬੋਲਦੇ, ਮੇਰੀ ਗੱਲ ਸੱਚ ਹੈ ਕਿ ਝੂਠਾ ਉਹਦੇ ਚ ਹਾਂ ਕਰੇ। ਉਹ ਕਹਿੰਦੇ ਵੀ ਕਿਸੇ ਰਾਜਨੀਤਿਕ ਬੰਦੇ ਦਾ ਵਿਦਆਊਟ ਭਾਜਪਾ ਵਿਰੋਧ ਨਹੀਂ ਕਰਨਾ, ਨੰਬਰ 1। ਟਕੈਤ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਕਿਸੇ ਦਾ ਵਿਰੋਧ ਨਹੀਂ ਕਰਨਾ ਵਿਦਆਊਟ ਉਹਨਾਂ ਦੇ ਸਟੇਜ ਤੇ ਨਹੀਂ ਕਰਨਾ। ਸਾਨੂੰ ਉਹਨਾਂ ਜਥੇਬੰਦੀਆਂ ਨੇ ਅਗਰਾਹਾਂ, ਜਿਨ੍ਹਾਂ ਦਾ ਸੰਘਰਸ਼ ਵੀ ਮੈਨੂੰ ਲੱਗਦਾ ਬੰਦੇ ਵੀ ਬਹੁਤ ਜ਼ਿਆਦੇ ਤੇ ਸ਼ਹੀਦ ਵੀ ਬਹੁਤ ਹੋਏ ਆ, ਸਿੱਧੂਪੁਰ ਦੇ ਵੀ ਬਹੁਤ ਹੋਏ ਆ। ਮੈਂ ਜਿਹੜਾ ਇੱਥੇ ਸ਼ਹੀਦ ਹੋਇਆ ਸੀ ਆਪਣਾ ਸਾਡਾ ਪਰਿਵਾਰ, ਉੱਥੇ ਆਪਦੀ ਤਨਖਾਹ 'ਚੋਂ ਲੱਖ ਰੁਪਇਆ ਦੇ ਕੇ ਆਇਆ ਸੀ, ਬੇਸ਼ੱਕ ਉਹ ਭਾਵੇਂ ਗੱਲ, ਪਰ 30 ਜਥੇਬੰਦੀਆਂ ਤੁਹਾਨੂੰ ਇੱਕ 31ਵੀਂ ਜਥੇਬੰਦੀ ਨੂੰ ਕਹਿਣੀ ਹੈ ਕਿ ਆਪਾਂ ਇਹ ਕੰਮ ਨਹੀਂ ਕਰਨਾ, ਤੁਸੀਂ ਕਿਉਂ ਕਰਦੇ ਹੋ? ਅਕਾਲੀ ਕਾਂਗਰਸ ਦੇ 60 MLA ਹੈ ਜੀ, 60 MLA ਇੱਕ ਦੂਜੇ ਦਾ ਝਾਟਾ ਦੇ ਦਿੰਦੇ ਸੀ, ਇੱਕੋ ਪਾਰਟੀ ਦੇ ਬੰਦੇ 30 ਜਥੇਬੰਦੀਆਂ ਕਹਿ ਰਹੀਆਂ, 30 ਜਥੇਬੰਦੀਆਂ ਨੇ ਕਿਹਾ ਵੀ ਤੁਸੀਂ ਨਹੀਂ ਕਰਨਾ, ਤੁਸੀਂ ਕਿਉਂ ਕਰਨਾ? ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਆ ਤੁਸੀਂ, 2017 ਚ MLA ਬਣੇ ਸੀ, ਪਿਛਲੇ ਮਹੀਨੇ ਯਾਰ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ, ਅਸੀਂ ਦੱਸ ਦੇਣਾ ਤੁਸੀਂ ਚੱਲੇ ਕਿਉਂ ਕਰਦੇ? ਅਸੀਂ ਲੋਟਣਾ, ਪਰ ਤੁਸੀਂ ਉਹਨਾਂ ਨਾਲ ਲੜਦੇ, ਤੁਸੀਂ ਉਹਨਾਂ ਨਾਲ ਲੜਦੇ, ਤੁਸੀਂ ਉਹਨਾਂ ਨਾਲ ਲੜਦੇ, ਤੁਸੀਂ ਜਥੇਬੰਦੀਆਂ ਨਾਲ ਲੜਦੇ, ਤੁਸੀਂ ਯਾਰ ਕਮਾਲ ਹੈ। ਇਹ ਜਥੇਬੰਦੀਆਂ ਤੋਂ ਹਟੋ, 50 ਬੰਦਿਆਂ ਤੋਂ ਵੱਧ ਇਕੱਠ ਨਹੀਂ ਕਰਾਂਗੇ, 50 ਬੰਦਿਆਂ ਤੋਂ ਹਟੋ, ਜਥੇਬੰਦੀਆਂ ਤੋਂ ਹਟੋ। ਚੰਡੀਗੜ੍ਹ 30 ਜਥੇਬੰਦੀਆਂ ਨਾਲ ਹੀ ਪਾਰਟੀ ਹੋਈ ਸੀ। ਚੰਡੀਗੜ੍ਹ ਤੁਸੀਂ ਦੱਸੋ 2017 ਦੇ ਵਿੱਚ ਤੁਸੀਂ MLA ਬਣੇ ਸੀ ਚੰਡੀਗੜ੍ਹ ਲੁਧਿਆਣਾ ਜਗਮੀਤ ਸਿੰਘ। ਸੁਣੋ ਜੀ, ਸਾਡੇ 2 ਸਵਾਲ ਰਹਿ ਗਏ। ਇੱਕ ਮਿੰਟ, ਤੂੰ ਮੇਰਾ ਜਵਾਬ ਨਹੀਂ ਦਿੱਤਾ, ਮੈਂ ਕਿਉਂ ਦੇਵਾਂ? ਜਥੇਬੰਦੀਆਂ ਦੇ 10 ਮਿੰਟ ਸਵਾਲ ਦਿੱਤੇ, ਉਹਨੇ ਇੱਕ ਜਵਾਬ ਦੇ ਦਿੱਤਾ। ਸਰਦਾਰ ਜੀ ਤੁਸੀਂ ਮਿਨਿਸਟਰ ਹੋ, ਅਸੀਂ ਆਮ ਲੋਕਾਂ ਤੋਂ ਸੁਣੋ ਮੇਰੀ ਗੱਲ, ਸਾਡੀਆਂ 30 ਜਥੇਬੰਦੀਆਂ ਦਾ ਫੈਸਲਾ ਹੋਇਆ ਸੀ ਵੀ ਦੂਜਿਆਂ ਨੂੰ ਸਵਾਲ ਕਰਨੇ। ਅਸੀਂ ਸਵਾਲ ਕਰਨ ਜਾਂਦੇ ਸੀ ਤੇ ਸਾਡੇ ਬੰਦੇ ਜਦੋਂ ਸਵਾਲ ਕਰਦੇ ਸੀ ਉਦੋਂ ਵੀਰੀ ਨੇ ਕਿਹਾ ਵੀ ਬੀਬੀਆਂ ਨੂੰ ਸਵਾਲ ਕਰਦੇ ਆ। ਜਦੋਂ ਇਹਨੂੰ ਸਵਾਲ ਕਰਨਾ ਏ ਇਹ ਗੱਡੀ ਢਾ ਕੇ ਲੈ ਗਿਆ। ਤੁਸੀਂ ਅਸੀਂ ਹਲੋ ਜੇ ਤੁਹਾਡਾ ਸੋਸ਼ਲ ਮੀਡੀਆ ਤੇ ਘੈਂਟ ਚੱਲਣਾ ਚਾਹੀਦਾ ਵੀ ਰਾਜੇ ਵੜਿੰਗ ਤੋਂ ਪੈਰੀ ਹੱਥ ਲਵਾਤੇ ਹਾਲ ਹੈ। ਤੁਸੀਂ ਕੋ ਅਸੀਂ ਆਪ ਲਾਵਾਂਗੇ, ਆਪ ਤੋਂ ਛੋਟੇ ਇਹ ਪਤਾ ਕਿੱਦਾਂ ਬੋਲ ਰਹੇ ਤੂੰ ਤੇਰੀ ਘਰ ਵਾਲੀ ਵਾਟ ਇਜ਼ ਦਿਸ? ਇਹ ਗੁਰੂ ਨੇ ਨਹੀਂ ਮੇਰੇ ਨੂੰ ਸਿਖਾਇਆ। ਗੁਰੂ ਕਹਿੰਦਾ ਗੁਰੂ ਨੇ ਕਿਹਾ ਮੁੱਕਰ ਜੋ ਯਾਰ ਸਾਰਾ ਕੁਝ ਗੁਰੂ ਨੇ ਕਿਹਾ ਸਤਿਕਾਰ ਕਰੋ, ਸਤਿਕਾਰ। ਰਾਜਾ ਜੀ ਤੁਸੀਂ ਸਿਆਣੇ ਹੋ ਤਾਂ ਹੀ MLA ਨਹੀਂ ਅਸੀਂ ਪਿੱਛੇ। ਸੁਣੋ ਮੇਰੀ ਗੱਲ ਜੀ, ਸੁਣੋ ਮੇਰੀ ਗੱਲ ਜੀ। ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦਾ ਕਾਤਲ ਮੋਦੀ ਆ। ਰਾਜਾ ਜੀ ਇੱਕ ਸਵਾਲ ਤੇਰਾ ਪੁੱਛੋ, ਜਾਣ ਲੱਗੇ ਲੈ ਜਾਓ, ਉਹਦੀ ਕਾਤਲ ਮੋਦੀ ਆ। ਜਿਹੜੇ ਕਿਸਾਨ ਤੇਰੇ ਨਹੀਂ ਮੰਨਦੇ ਹੋ ਤੁਸੀਂ? 600 ਕਿਸਾਨ ਸੰਘਰਸ਼ ਬੰਦੇ ਜਿਹੜੇ ਕਿਸਾਨਾਂ ਦੇ ਖਿਲਾਫ ਕਾਨੂੰਨ ਮਾੜੇ ਬਣਾਤੇ, ਉਹ ਮੇਰੇ ਮੈਂ ਸਮਝਦਾ ਕਿ ਜੇ ਉਹ ਕਾਲੇ ਕਾਨੂੰਨ ਨਾ ਬਣਾਏ ਜਾਂਦੇ ਤਾਂ ਸ਼ਾਇਦ ਉਹਨਾਂ ਨੂੰ ਆਪਦੀ ਜਾਨ ਨਾ ਗਵਾਉਣੀ ਪੈਂਦੀ। ਇੱਕ ਸਵਾਲ ਆ ਜੀ, ਹੁਣ ਜਿਹੜਾ 84 ਚ ਸਿੱਖ ਕਤਲੇਆਮ ਹੋਇਆ ਉਹਦਾ ਕਾਤਲ ਕੌਣ ਸੀ? ਇੰਦਰਾ ਗਾਂਧੀ ਸੀ ਕਿ ਨਹੀਂ? ਸਿੱਖਾਂ ਦੀ ਕਾਤਲ ਇੰਦਰਾ ਗਾਂਧੀ ਹੈ ਕਿ ਨਹੀਂ? ਤੁਸੀਂ ਉਹਨੂੰ ਮਾਂ ਦਾ ਖਿਤਾਬ ਦਿੱਤਾ ਕਿ ਨਹੀਂ? ਤੁਸੀਂ ਉਹਨੂੰ ਦੁਰਗਾ ਮਾਤਾ ਕਿਹਾ ਕਿ ਨਹੀਂ? ਇਹ ਗਲਤ ਕਿ ਨਹੀਂ? ਤੁਸੀਂ ਸਿੱਖ ਹੋਣ ਦੇ ਨਾਂ ਤੇ ਚਲੋ ਹੁਣ ਇੱਕ ਮਿੰਟ ਮੁੱਦਾ ਜੀ ਸਾਡਾ, ਅਸੀਂ ਸਿੱਖ ਵੀ ਹਾਂ। ਇੱਕ ਮਿੰਟ ਸਿੱਖ ਸਾਹਿਬ ਸੁਣ ਲਓ ਗੱਲ। ਮੇਰੀ ਬੇਨਤੀ ਹੈ, ਜਦੋਂ 84 ਸੀ ਉਦੋਂ ਮੈਂ ਕੇਵਲ 6 ਸਾਲ ਦਾ ਸੀ। ਉਸ ਸਮੇਂ ਕੀ ਹੋਇਆ ਕੀ ਨਹੀਂ ਹੋਇਆ ਕਿਤਾਬਾਂ 'ਚ ਪੜ੍ਹਿਆ, ਔਰ ਬੜਾ ਵੱਡਾ ਦੁਖਾਂਤ ਸੀ। ਉਹਦੀ ਮਾਫੀ ਕਈ ਵਾਰੀ ਕਾਂਗਰਸ ਪਾਰਟੀ ਨੇ ਦੇਸ਼ ਦੀ ਪਾਰਲੀਮੈਂਟ ਵਿੱਚ, ਅਗਰ ਕਿਸੇ ਨੇ ਇਸ ਬੰਦੇ ਨੇ ਗਲਤੀ ਕੀਤੀ ਜਾਂ ਇਹਨੇ ਕਰ ਲਈ, ਉਹਦੀ ਮਾਫੀ ਕਈ ਵਾਰੀ ਮਾਫੀ ਮੰਗੀ ਗਈ। ਔਰ ਸਿੱਖਾਂ ਦਾ ਪਾਰਲੀਮੈਂਟ ਹਰਮੰਦਰ ਸਾਹਿਬ, ਹਰੀ ਦਾ ਮੰਦਰ, ਉੱਥੇ ਜਾ ਕੇ ਸਾਡੇ ਲੀਡਰ ਰਾਹੁਲ ਗਾਂਧੀ ਨੇ ਵੀ ਮਾਫੀ ਮੰਗ ਕੇ ਉਹਨਾਂ ਨੂੰ ਉੱਥੇ ਪਿਆਰ ਵੀ ਦਿੱਤਾ, ਲੰਗਰ ਵੀ ਛਕਿਆ ਤੇ ਸੇਵਾ ਵੀ ਕੀਤੀ। ਇਹ ਪੁਰਾਣਾ ਬਹੁਤ ਗੱਲ ਹੈ ਔਰ ਇਹ ਕਿਸਾਨੀ ਦਾ ਮੁੱਦਾ ਨਹੀਂ, ਇਹ ਤਾਂ ਸਿਆਸੀ ਕੰਮ ਚੱਲ ਰਿਹਾ, ਸਿਆਸੀ ਕੰਮ। ਅਗਰ ਮੁੱਦਾ ਕਿਸਾਨੀ ਦਾ ਗੱਲ ਕਰੋ
ਤੇ 84 ਦੀ ਗੱਲ ਕਰੋ। ਇਹ ਸਿਆਸਤ ਨਾ ਕਰੋ, ਸਿਆਸਤ ਨਾ ਕਰੋ, ਕਿਸਾਨੀ ਮੁੱਦੇ ਦੀ ਗੱਲ ਕਰੋ। ਹੁਣ ਮੈਂ 15 ਮਿੰਟ ਦੇ ਦਿੱਤੇ। ਲਾਸਟ ਮੰਤਰੀ ਜੀ ਅਸੀਂ ਤੁਹਾਨੂੰ ਪੁੱਛਦੇ ਹਾਂ ਕਿ 2017 ਚ ਤੁਸੀਂ ਇਲੈਕਸ਼ਨ ਲੜੀ ਸੀ ਐਜ਼ ਐਮਐਲਏ, ਐਜ਼ ਬੀਇੰਗ ਏ ਕਾਂਗਰਸ ਪਾਰਟੀ ਕੈਂਡੀਡੇਟ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਸੀਗਾ, ਫਸਟ ਸੀਗਾ ਕਿ ਅਸੀਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ ਕਰਾਂਗੇ। ਮਹੀਨਾ ਕੁ ਪਹਿਲਾਂ ਤੁਸੀਂ ਤੁਹਾਡਾ ਬਿਆਨ ਸੀਗਾ ਪਟਵਾਰੀ ਯੂਨੀਅਨ ਦੇ ਵਿੱਚ ਬੈਠਿਆਂ ਦਾ ਕਿ ਜੀ ਮੈਂ ਐਮਐਲਏ ਹਾਂ, ਅਸੀਂ ਕੈਬਨਿਟ ਨੂੰ ਆਪਣੇ ਕੰਸਰਨ ਫਾਰਵਰਡ ਕਰਨੇ ਹੁੰਦੇ ਆ, ਉਹਨਾਂ ਦੇ ਆਰ ਡਿਸੀਜਨ ਮੇਕਰਸ। ਨਾਓ ਯੂ ਆਰ ਅ ਡਿਸੀਜਨ ਮੇਕਰ ਪਰਸਨ। ਕੀ ਤੁਸੀਂ ਲੱਗਦਾ ਤੁਹਾਨੂੰ ਅਮਰਿੰਦਰ ਸਿੰਘ ਜੀ ਰਾਜਾ ਵਿੜੰਗ ਜਿਹੜੇ ਵਾਅਦਾ ਕਰ ਰਹੇ ਸੀ ਉਹਨਾਂ ਨੇ 2017 ਚ ਲੋਕਾਂ ਨਾਲ, ਹੁਣ ਉਹ ਕਰਜ਼ੇ ਮਾਫ ਕਰਨਗੇ ਐਜ਼ ਏ ਮਿਨਿਸਟਰ, ਜਾਂ ਆਪਣੇ ਸੀਐਮ ਸਾਹਿਬ ਨੂੰ ਫੋਰਸ ਕਰਨਗੇ ਵੀ ਹਾਂ ਕਰਜ਼ੇ ਜ਼ਰੂਰ ਮਾਫ ਹੋਣੇ ਚਾਹੀਦੇ? ਨਹੀਂ, ਮੈਂ ਅਪੋਜ਼ ਕਰਦਾ ਆਪਣੀ ਸਰਕਾਰ ਨੂੰ। ਕਰਨਗੇ ਆਪਣੀ ਸਰਕਾਰ ਨੂੰ ਅਪੋਜ਼, ਜਾਂ ਕਰਜ਼ੇ 100% ਕਰਜ਼ੇ ਮਾਫ ਕਰਵਾਉਣਗੇ? ਹੁਣ ਮੇਰਾ ਅੱਗੇ ਟਾਈਮ ਹੋ ਗਿਆ, ਇਹਦਾ ਮੈਂ ਜਵਾਬ ਦੇਣਾ, ਪਰ ਇਦੋਂ ਬਾਅਦ ਨੋ ਮੋਰ ਸਵਾਲ। ਭਾਵੇਂ ਰਾਜੀ ਰਹੇ ਹੋ, ਭਾਵੇਂ ਗੁੱਸੇ ਨਾਲ। ਅਸੀਂ ਇਹ ਗੱਲ ਕਹੀ ਸੀ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ। ਨਹੀਂ, ਮੈਂ ਨਹੀਂ ਆਨਸਰ ਕਰ ਸਕਦਾ ਨਾ। ਮੈਂ ਬਾਈ ਜੀ ਨਾ, ਮੈਂ ਵਾਅਦਾ ਕੀਤਾ ਸੀ ਕਾਫਲਾ ਨਹੀਂ ਬਣਾਵਾਂਗੇ, ਤੁਸੀਂ ਕਾਫਲਾ ਬਣਾਇਆ। ਨਹੀਂ, ਤੁਸੀਂ ਸਾਡੀ ਮੋਰਚੇ ਨਾਲ ਚੰਡੀਗੜ੍ਹ ਵਾਲੀ ਤੋੜੀ ਹੈ ਜੀ। ਚੰਡੀਗੜ੍ਹ ਵਾਲੀ ਤੁਹਾਡੀ ਪਾਰਟੀ ਦੀ ਸਾਡੀਆਂ ਜਥੇਬੰਦੀਆਂ ਨੇ ਕਮੈਂਟਮੈਂਟ ਸੀ ਵੀ ਅਸੀਂ ਕਾਫਲਾ ਨਹੀਂ ਕਰਾਂਗੇ, ਕਾਫਲਾ ਕੀਤਾ। ਇਦਾਂ ਗਲਤ ਇਹ ਲੜਨ ਵਾਸਤੇ ਆਇਆ ਮੈਂ ਥੋੜੀ ਨਹੀਂ। ਹੁਣ ਤੁਸੀਂ ਇੱਕ ਕਰਕੇ ਫੇਰ ਕੋਈ ਲਾਸਟ ਸਵਾਲ ਤੁਹਾਡਾ ਵੀ ਵਿੱਚ ਹੀ ਦੇ ਦੂੰਗਾ, ਤੁਹਾਡਾ ਦੇ ਦੂੰਗਾ ਵਿੱਚ ਕਾਫਲੇ ਵਾਲਾ ਵੀ। ਜਿਹੜੀ ਤੁਸੀਂ ਕਹਿੰਦੇ ਤੁਸੀਂ ਸਵਾਲ ਪੁੱਛਦੇ ਹੋ ਵੀ ਦੋ ਜਥੇਬੰਦੀਆਂ ਕਿਉਂ ਨਹੀਂ ਪੁੱਛਦੀਆਂ? ਸੰਯੁਕਤ ਕਿਸਾਨ ਮੋਰਚੇ 30 ਆਰ ਡਿਫਰੈਂਟ ਕੱਲੀ ਸਿੱਧੂਪੁਰ ਇੱਥੇ ਜਾ ਕੇ ਸਿੱਧੂਪੁਰ ਜਥੇਬੰਦੀ ਦਾ ਮੀਤ ਪ੍ਰਧਾਨ ਹੈ ਕਿੱਧਰ ਦੇ ਹਲਕੇ ਦਾ ਜੀ। ਸਾਡੀ ਜਥੇਬੰਦੀ ਸਵਾਲ ਪੁੱਛਦੀ ਹੈ। ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਆਪਾਂ ਸਵਾਲ, ਤੁਸੀਂ ਇਕੱਲੇ ਪੁੱਛ ਰਹੇ ਸਵਾਲ ਪੁੱਛਨੇ ਮੈਨੂੰ ਕਿਸੇ ਪਿੰਡ ਚ ਸਿੱਧੂਪੁਰ ਤੋਂ ਬਿਨਾਂ ਕਿਸੇ ਨੇ ਸਵਾਲ ਨਹੀਂ ਪੁੱਛਿਆ। ਆਪਣਾ ਕੋਟਲੀਪੁਰ ਪਿੰਡ ਹੈ ਮੇਰਾ। ਸਿੱਧੂਪੁਰ ਤੋਂ ਬਿਨਾਂ ਬ੍ਰਦਰ ਮੈਨੂੰ ਕਦੇ ਕਿਸੇ ਹੁਣ ਸੁਣ ਲਓ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਇਸ ਸਵਾਲ ਦਾ ਜਵਾਬ ਲੈਣਾ ਤੁਹਾਨੂੰ। ਹਾਂਜੀ, ਮੈਂ ਮੇਰੇ ਕੋਲ ਜੋ ਸਾਹਿਬ ਜੀ ਨੇ ਇਹਨਾਂ ਨੇ ਸਵਾਲ ਕੀਤਾ, ਬਹੁਤ ਆਦਰ ਤੇ ਸਤਿਕਾਰ ਦਾ ਸਵਾਲ ਸੀਗਾ। ਚਲੋ ਹੁਣ ਇੱਕੋ ਫੈਸਲਾ ਜੀ। ਨਹੀਂ ਹੁਣ ਅਸੀਂ ਤੋਰ ਲੱਗੇ ਜਵਾਬ ਤਾਂ ਦੇ ਲੈਣਾ। ਅਸੀਂ ਜਵਾਬ ਨਹੀਂ ਲੱਗੇ। ਹੁਣ ਇਹਨੂੰ ਆਪਾਂ ਤੋਰੀਏ। ਤੁਹਾਨੂੰ ਰਿਕੁਐਸਟ ਹੈ ਵੀ ਤੁਹਾਡੀ ਪਾਰਟੀ ਨੇ ਵੀ ਡਿਸੀਜਨ ਲਿਆ ਕਿ ਅਸੀਂ ਜਿਹੜਾ ਆਫੀਸ਼ੀਅਲ ਜਵਾਬ ਨਹੀਂ ਲੈਣਾ, ਤੁਸੀਂ ਪਾਰਟੀ ਛੱਡ ਦਿਓ। ਤੁਸੀਂ ਜਵਾਬ ਨਹੀਂ ਦਿਓ। ਜੇ ਕਿਸਾਨ ਵਿਰੋਧੀ ਹੈ, ਇਹ ਕਲੀਅਰ ਹੋ ਗਿਆ ਵੀ ਗੇੜ ਤੇ ਸਾਈਨ ਕਰਨ ਵਾਲੀ ਕਾਂਗਰਸ ਹੈ ਔਰ ਉਹਨੂੰ ਲਾਗੂ ਕਰਨ ਵਾਲੀ ਬੀਜੇਪੀ ਕਿਸਾਨ ਵਿਰੋਧੀ ਹੈ। ਜੇ ਰਾਜਾ ਕਿਸਾਨ ਹਦਾਇਤੀ ਆ ਸਾਡੇ ਨਾਲ ਵਾਅਦਾ ਕਰਕੇ ਜਾਵੇ ਵੀ ਮੈਂ ਇਹ ਪਾਰਟੀ ਛੱਡੂਗਾ, ਮੈਂ ਕਿਸਾਨਾਂ ਦੇ ਨਾਲ ਖੜਾ, ਇਹ ਤੁਰ ਜਾਣ ਦੇਣਾ। ਕਰੇ ਵਾਅਦਾ, ਕਰੇ ਵਾਅਦਾ। ਇੱਧਰ ਸੁਣਿਆ ਮੀਡੀਆ ਨਾਲ ਸਾਨੂੰ ਭਾਈ ਯਾਰ ਬੱਚੇ ਰਹੋ ਨਾ ਮਾੜਾ ਜਾ। ਮੈਂ ਕਿਸੇ ਦੇ ਕਹਿਣ ਦੇ ਨਾਲ, ਭਾਵੇਂ ਇਹ ਤਾਂ ਬਾਈ ਜੀ ਹੈ ਮੇਰੇ ਸਤਿਕਾਰਯੋਗ ਹੈ, ਮੈਨੂੰ ਮੇਰੀ ਘਰ ਵਾਲੀ ਵੀ ਕਹਦੇ ਪਾਰਟੀ ਛੱਡਣ ਨੂੰ, ਨਹੀਂ ਛੱਡਾਂਗਾ। ਨੰਬਰ 1 ਅਗਲੀ ਗੱਲ, ਅਸੀਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੀ ਗੱਲ ਕੀਤੀ ਸੀ। ਕੀ ਹੋਇਆ ਕਿ 31,000 ਕਰੋੜ ਰੁਪਇਆ ਅਸੀਂ ਵੇਖਿਆ ਸੀ ਸਾਡੇ ਸਿਸਟਮ 'ਚ ਪਿਆ ਹੈ, ਤੇ ਕੁਝ ਪੈਸਾ ਜਿਹੜਾ 16,000 ਕਰੋੜ ਰੁਪਇਆ ਹੈ, ਅਸੀਂ 46,000 ਕਰੋੜ ਰੁਪਏ ਦੇ ਨਾਲ ਕਰਜ਼ੇ ਮਾਫ ਸਾਰੇ ਕਰ ਦੇਣੇ ਸੀ। ਬਟ ਵਾਟ ਹੈਪਨ ਆਲ ਆਫ ਸਡਨ, ਸਰਕਾਰ ਸਾਡੀ ਗਿਣਤੀ ਹੋ ਗਈ, ਅਸੀਂ ਜਿੱਤ ਗਏ। ਲੇਕਿਨ ਇਸ ਦੇ ਬਾਅਦ ਜੋ ਸੰਵਿਧਾਨ ਹੈ ਕਿ 10-15 ਦਿਨ ਮੁੱਖ ਮੰਤਰੀ ਸਰਦਾਰ ਬਾਦਲ ਰਿਹਾ ਜਿੰਨੇ ਚਿਰ ਸਹੁੰ ਨਹੀਂ ਚੱਕੀ ਦੀ ਸੀ। ਉਹਨਾਂ ਨੇ 31,000 ਕਰੋੜ ਤੇ ਸੈਂਟਰ ਨੂੰ ਜਿਹੜਾ ਪੁਰਾਣਾ ਕੋਈ ਬਕਾਇਆ ਖੜਾ ਸੀ ਫੂਡ ਦਾ, ਉਹਨਾਂ ਨੇ ਝਰੀਟ ਮਾਰਤੀ। ਸਾਡੇ ਖਜ਼ਾਨੇ ਚੋਂ 31,000 ਕਰੋੜ ਰੁਪਇਆ ਸ਼ਿਫਟਡ ਟੂ ਦਿੱਲੀ। ਉਹਨਾਂ ਦੇ ਮਨ 'ਚ ਵਹਿਮ ਸੀ ਕਿ ਕਿਤੇ ਕਾਂਗਰਸ ਆ ਕੇ ਸਾਰਾ ਕਰਜ਼ਾ ਮਾਫ ਕਰ ਦੂਗੀ ਤਾਂ ਕਿਸਾਨ ਨੇ ਜ਼ਿੰਦਗੀ ਭਰ ਹਿੱਲਣਾ ਨਹੀਂ। ਉਸ ਤੋਂ ਬਾਅਦ ਸਾਡੇ ਖਜ਼ਾਨੇ 'ਚ ਜਿੰਨਾ ਕਮਾਲ ਸੀ, ਪਹਿਲਾਂ ਕੇਂਦਰ ਵਿੱਚ, ਅੱਜ ਤੱਕ ਬੜੀਆਂ ਸਰਕਾਰਾਂ ਬਣੀਆਂ, ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਬੜੀਆਂ ਸਰਕਾਰਾਂ ਬਣੀਆਂ, ਲੇਕਿਨ ਇੱਕੋ ਇੱਕ ਕਾਂਗਰਸ ਪਾਰਟੀ ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ। 30,000 ਕਰੋੜ ਰੁਪਇਆ ਉਹਨੇ ਪੰਜਾਬ ਦਾ ਮਾਫ ਕੀਤਾ ਸੀ। ਕੋਈ ਔਨ ਰਿਕਾਰਡ ਕੋਈ ਹੋਰ ਸਰਕਾਰ ਬਣਾ ਦਿਓ। ਜਿੰਨਾ ਵੀ ਤਿਲਫੁਲ ਕੀਤਾ, ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ। ਜਿੰਨਾ ਕਿਹਾ ਨਹੀਂ ਕੀਤਾ, ਸਾਨੂੰ ਜੇ ਸਾਡੇ ਕੋਲੇ ਸਮਾਨ ਜਿਹੜਾ ਤੁਸੀਂ ਕੈਲਕੂਲੇਸ਼ਨ ਸਹੀ ਸੀ, ਜਿਹੜੀ ਚੋਣ ਮੈਨੀਫੈਸਟੋ ਚਾਹੀ ਸੋ ਕੈਲਕੂਲੇਸ਼ਨ ਸਹੀ ਸੀ। ਜਿਹੜਾ ਤੁਸੀਂ ਹੁਣ ਅਗਲਾ ਪੈਸੇ ਦੀ ਗੱਲ ਕਹਿੰਦੇ ਮੰਗ ਰੱਖਾਂਗੇ, ਬਿਲਕੁਲ ਮੰਗ ਰੱਖਾਂਗੇ, ਬਿਲਕੁਲ ਮੰਗ ਰੱਖਾਂਗੇ। ਤੁਸੀਂ ਕੀ ਵਾਅਦਾ ਕਰ ਰਹੇ ਸਾਡੇ ਨਾਲ ਕਰੋਗੇ? ਯਾਰ ਸਾਡੇ ਕੋਲੇ ਅੰਕੜੇ ਨਹੀਂ, ਤੁਹਾਡੇ ਕੋਲੇ ਸਾਰੇ ਅੰਕੜੇ। ਮਨਪ੍ਰੀਤ ਤੁਹਾਡਾ ਜਿਹੜਾ ਖਜ਼ਾਨਾ ਮੰਤਰੀ ਆ, ਅਸੀਂ ਵਿਧਾਨ ਸਭਾ ਚ ਕਹਿ ਦਿੱਤੀ ਪਾਸ। ਮੈਨੂੰ ਗੈਟ ਦੇ ਉੱਤੇ ਖੜ ਜਾ ਯਾਰ, ਇਹ ਸਵਾਲ ਆ ਪਹਿਲਾਂ ਮੇਰੇ ਗੈਟ ਦੇ ਉੱਤੇ ਵੈਸੇ ਮੈਂ ਤੁਹਾਨੂੰ ਇੱਕ ਪੰਜਾਬੀ ਇੱਕ ਮਿੰਟ ਤੁਸੀਂ ਬਣਾਇਆ ਨਹੀਂ ਪਿੱਛੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਪਿੱਛੇ ਗਲਾਜੀ ਬਹੁਤ ਵਧੀਆ ਬਣੀ ਭਰਾ ਸਾਡਾ, ਐਡੀ ਕੋਈ ਗੱਲ ਨਹੀਂ। ਨਹੀਂ ਕੋਈ ਗੱਲ ਦੁਸ਼ਮਣ ਨਹੀਂ, ਪਿੱਛੇ ਬੂਟਾ ਸਿੰਘ ਪਿੱਛੇ ਮੇਰਾ ਪਹਿਲਾ ਸਵਾਲ ਆ ਜੀ, ਗੈਰ ਕਿਸਾਨਾਂ ਦੇ ਖਿਲਾਫ ਆ ਤੇ ਸਾਈਨ ਕਿਹਨੇ ਕੀਤੇ? ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਗੈਟ
ਤੇ ਸਾਈਨ ਕਿਹੜੇ ਸਾਲ ਹੋਏ ਤੇ ਗੈਟ ਕਿਦੋਂ ਆਇਆ? ਸਾਰੇ ਕਿਉਂ ਬੋਲਦੇ ਜਦੋਂ ਤੁਸੀਂ ਗੱਲ ਕਰ ਲਓ? ਜਨਵਰੀ 1995 ਚ ਆਇਆ। ਹਾਂਜੀ ਸੋ ਮੇਰੀ ਤੁਹਾਨੂੰ ਬੇਨਤੀ ਹੈ, ਜਦੋਂ ਜਨਵਰੀ 1995 ਦੀ ਜਿਹੜੀ ਤੁਸੀਂ ਗੱਲ ਕਰਦੇ ਆ, ਉਦੋਂ ਮੈਂ ਮਾਤਰ 14 ਸਾਲ ਦਾ ਸੀ। ਮੈਨੂੰ ਇਸ ਬਾਰੇ ਅੰਡਰ ਵਧੀਆ ਸਵਾਲ ਹੈ, ਕਹਿੰਦਾ ਮੈਨੂੰ ਨਹੀਂ ਪਤਾ ਸੀ ਰਾਜਾ ਸਾਹਿਬ। ਮੈਨੂੰ ਗੈਟ ਬਾਰੇ ਆਈ ਡੋਂਟ ਹੈਵ ਜੇ ਜਿੰਨਾ ਚਿਰ ਪੜੂੰਗਾ ਨਹੀਂ, ਕਿਉਂਕਿ ਗੈਟ ਦੇ ਵਿੱਚ ਕੀ ਹੈ, ਮੈਂ ਤੁਹਾਡੀ ਗੱਲ ਨਾਲ ਸਹਿਮਤ ਜਾਂ ਨਾ ਸਹਿਮਤ ਨਹੀਂ ਹੋ ਸਕਦਾ। ਮੈਂ ਇੱਕ ਮਿੰਟ ਤੁਸੀਂ ਰਾਜਾ ਜੀ ਖੜ ਜਾਓ, ਮੈਨੂੰ ਸਵਾਲ ਪੂਰਾ ਕਰਨਾ। ਵੀਰ ਜੀ ਤੁਸੀਂ ਉਦੋਂ ਛੋਟੇ ਸੀ, ਬਾਅਦ ਸਿਆਸਤ ਦੇ ਵਿੱਚ ਆਏ ਹੋ। ਉਹ ਪਾਰਟੀ ਹੈ ਨੈਸ਼ਨਲ ਪਾਰਟੀ ਕਾਂਗਰਸ, ਜਿਹੜੀ ਕਿਸਾਨਾਂ ਦੀ ਮੌਤ ਦਾ ਰੱਸਾ ਵੱਟਦੀ ਹੈ ਗੈਟ ਤੇ ਸੈਂਡ ਦਿਓ ਜਵਾਬ ਦਿਓ। ਗੈਟ ਤੁਸੀਂ ਮੰਨਿਆ ਕਿਸਾਨਾਂ ਦੇ ਉਲਟਾ ਗੈਟ ਮੰਨਿਆ? ਗੈਟ ਦੀ ਕਾਪੀ ਕਿੱਥੇ ਹੈ? ਪ੍ਰੈਸ ਕਰੇ ਤੂੰ ਨਹੀਂ ਪੜ੍ਹੀ, ਤੂੰ ਮੰਤਰੀ ਤੁਸੀਂ ਪੜ੍ਹੇ ਤੁਹਾਨੂੰ ਨਹੀਂ ਪਤਾ। ਮੈਂ ਤੁਹਾਡੀ ਜ਼ਿੰਮੇਵਾਰੀ ਨਹੀਂ ਪੜ੍ਹਨਾ, ਗੈਟ ਪੜ੍ਹਨਾ ਤੁਹਾਡੀ ਜ਼ਿੰਮੇਵਾਰੀ ਨਹੀਂ। ਤੁਹਾਡੇ ਮੁਤਾਬਕ ਗੈਟ ਮੈਂ ਮੰਨ ਲਾਂ, ਬਿਲਕੁਲ ਨਹੀਂ ਮੰਨਾਂਗਾ। ਗੈਟ ਦੇ ਵਿੱਚ ਕੀ ਲਿਖਿਆ ਲਿਆਓ, ਗੈਟ ਦਾ ਨੋਟੀਫਿਕੇਸ਼ਨ ਲਿਆਓ। ਸਾਡਾ ਨੁਮਾਇੰਦਾ ਪੜਿਆ ਲਿਆਉਣੀ ਸੁਣ ਲਓ ਜੀ, ਸੁਣ ਲਓ। ਸਾਨੂੰ ਅਨਪੜ੍ਹ ਨੂੰ ਨਹੀਂ ਬਣਾਇਆ, ਪੜ੍ਹਿਆ ਲਿਖਿਆ ਨੂੰ ਬਣਾਇਆ। ਤੁਸੀਂ ਪਹਿਲਾਂ ਤਾਂ ਦੇਖੋ, ਸੁਣ ਲਓ ਭਰਾਵੋ ਇਹਦੇ ਸਮਰਥਕੋ ਜਿਹੜੇ ਅਜੇ ਤੱਕ ਗੈਟ ਨਹੀਂ ਪੜਿਆ। ਤੂੰ ਇੱਕ ਮਿੰਟ ਕੱਲੀ ਵੀਡੀਓ ਬਣਾਉਣਾ ਹੈ ਕਿ ਮੇਰੇ ਨਾਲ ਗੱਲ ਕਰਨਾ ਹੈ? ਤੂੰ ਤੁਹਾਡਾ ਵੀਡੀਓ ਨਹੀਂ ਜਾਦੇ ਧਿਆਨ ਹੈ ਕਿ ਮੈਂ ਲੋਕਾਂ ਨੂੰ ਦੱਸਦਾ ਰਾਜਾ ਵੜਿੰਗ ਨੂੰ ਸਵਾਲ ਕੀਤੇ ਹੈ। ਮੈਂ ਇੱਕ ਮਿੰਟ ਗੈਟ ਕੀ ਹੈ? ਗੈਟ ਦੱਸੋ ਤੁਸੀਂ ਦੱਸੋ। ਮੈਂ ਦੱਸਦਾ ਜੀ। ਪਤਾ ਨਹੀਂ ਤੁਸੀਂ ਇਹ ਗੱਲ ਕਲੀਅਰ ਹੋ ਗਈ। ਰਾਜਾ ਸਾਹਿਬ ਕਹਿੰਦੇ ਮੈਨੂੰ ਗੈਟ ਬਾਰੇ ਨਹੀਂ ਪਤਾ, ਮੈਂ ਦੱਸਦਾ ਗੈਟ ਬਾਰੇ ਕੀ ਆ। ਗੈਟ ਆ ਜਿਹੜਾ ਵਿਸ਼ਵ ਵਪਾਰ ਸੰਸਥਾ ਦਾ ਇੱਕ ਸਮਝੌਤਾ ਜਿਹਦੇ ਵਿੱਚ ਭਾਰਤ ਮੈਂਬਰ ਬਣ ਗਿਆ, ਤਾਂ ਗੈਟ ਦਾ ਇੱਕੋ ਇੱਕ ਪਹਿਲਾ ਨਿਸ਼ਾਨਾ ਵੀ ਛੋਟੀ ਖੇਤੀ ਨੂੰ ਖਤਮ ਕਰਕੇ ਵੱਡੇ ਫਾਰਮ ਸਿਸਟਮ ਦੀ ਖੇਤੀ ਲਿਆਉਣਾ। ਜੇ ਭਾਰਤ ਉਹਦਾ ਮੈਂਬਰ ਬਣਦਾ, ਭਾਰਤ ਨੂੰ ਆਪਦਾ ਮੰਡੀਕਰਨ ਬੰਦ ਕਰਨਾ ਪਏਗਾ, ਕਿਸਾਨਾਂ ਨੂੰ ਸਬਸਿਡੀਆਂ ਦੇਣ ਵਾਲੀਆਂ MSP ਬੰਦ ਹੋਊਗੀ ਤੇ ਭਾਰਤ ਇੱਥੇ ਫਾਰਮ ਸਿਸਟਮ ਦੀ ਖੇਤੀ ਲਾਗੂ ਕਰੂਗਾ। ਇਹ ਅੱਜ ਗੈਟ ਕੀ ਤੁਸੀਂ ਛੋਟੇ ਕਿਸਾਨਾਂ ਨੂੰ ਖਤਮ ਕਰਦੇ ਹੋ? ਅੱਛਾ ਜੋ ਇਹਨਾਂ ਨੇ ਸਵਾਲ ਕੀਤਾ ਗੈਟ ਦੇ ਬਾਰੇ, ਮੈਨੂੰ ਗੈਟ ਦੇ ਬਾਰੇ ਵਿੱਚ ਕੀ ਹੈ, ਗੈਟ ਬਾਰੇ ਨੌਲੇਜ ਹੈ, ਬਟ ਮੈਨੂੰ ਇਸ ਗੱਲ ਦੀ ਸ਼ੋਰਿਟੀ ਨਹੀਂ ਹੈ ਕਿ ਗੈਟ ਦੇ ਵਿੱਚ ਛੋਟੇ ਕਿਸਾਨਾਂ ਦੇ ਖਿਲਾਫ ਕੋਈ ਫੈਸਲਾ ਹੋਇਆ। ਅਗਰ ਇਹਨਾਂ ਦੀ ਗੱਲ ਮੈਂ ਮੰਨ ਲਵਾਂ ਕਿ ਗੈਟ ਦੇ ਵਿੱਚ ਛੋਟੇ ਕਿਸਾਨਾਂ ਦੇ ਖਿਲਾਫ ਸਮਝੌਤਾ ਹੈ, 1995 ਵਿੱਚ ਤੁਸੀਂ ਕਿੱਥੇ ਗਏ ਸੀ? ਤੁਸੀਂ ਧਰਨਾ ਕਿਉਂ ਨਹੀਂ ਲਾਇਆ? ਲਾਇਆ ਸੀ ਉਦੋਂ ਦੀ ਲੜਾਈ ਉਦੋਂ ਦੀ ਚੱਲਦੀ ਹੈ ਜੀ। ਵੋਟਾਂ ਕਿਹਨੇ ਲਈਆਂ ਸੀ? ਮੈਂ 95 ਚ ਮੈਂ 42 ਤੇਰੀ ਬਾਤ ਹੀ ਤਾਂ ਸੀ। ਪਹਿਲਾਂ ਤਾਂ ਬੋਲੋ, ਦੇਖੋ ਪਹਿਲਾਂ ਇੱਕ ਮਿੰਟ ਗੁਰਸਿੱਖ ਦਾ ਕੰਮ ਹੈ, ਹਰੇਕ ਨੂੰ ਤੁਸੀਂ ਕਹਿਣਾ ਤੇ ਤਮੀਜ਼ ਕਰਕੇ ਤੁਸੀਂ ਮੈਂ ਤੁਹਾਨੂੰ ਤੁਸੀਂ ਕਹਿ ਰਿਹਾ, ਮੈਂ ਤੁਸੀਂ ਕਹਿ ਰਿਹਾ ਕਿ ਤੂੰ ਇਹ ਕੋਈ ਮਾੜੀ ਗੱਲ ਅਸੀਂ ਦੁਸ਼ਮਣ ਤੁਸੀਂ ਕਹਿੰਦੇ। ਚਲੋ ਠੀਕ ਹੈ, ਬੋਲੋ ਤੁਸੀਂ ਜਿਹੜੀ ਫਿਰ ਬੋਲ, ਕਿਉਂਕਿ ਆਪਣੀ ਅੱਜ ਕਹਿਣਾ ਅਸੀਂ ਇਹ ਚਾਹੁੰਦੇ ਆ ਵੀ ਸਾਡਾ ਜਿਹੜਾ ਸੰਯੁਕਤ ਮੋਰਚੇ ਵੱਲੋਂ ਸਿਆਸੀ ਲੋਕਾਂ ਨਾਲ ਜਿਹੜੀ ਗੱਲਬਾਤ ਹੋਈ ਸੀ, ਉਹਦੇ ਵਿੱਚ ਇਹ ਆਈ ਸੀ ਜਿਹੜੀ ਚੰਡੀਗੜ੍ਹ ਕਾਨਫਰੰਸ ਹੋਈ ਸੀ, ਇਹਨਾਂ ਨਾਲ ਸਾਡੀ ਗੱਲਬਾਤ ਹੋਈ ਸੀ। ਉਹਦੇ ਵਿੱਚ ਇਹਨਾਂ ਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਕੋਈ ਵੀ ਕਾਫਲਾ ਨਹੀਂ ਕੱਢੋਗੇ, ਤੁਸੀਂ ਕੋਈ ਆਪਦਾ ਚੋਣ ਪ੍ਰਚਾਰ ਨਹੀਂ ਸ਼ੁਰੂ ਕਰੋਗੇ। ਜੇ ਕਿਤੇ ਮਰਗ ਹੁੰਦੀ ਉੱਥੇ ਜਾ ਸਕਦੇ ਹੋ, ਜੇ ਕਿਤੇ ਖੁਸ਼ੀ ਹੈ ਉੱਥੇ ਜਾ ਸਕਦੇ ਹੋ, ਜੇ ਕਿਤੇ ਤੁਸੀਂ ਹੋਰ ਕੋਈ ਵਿਕਾਸ ਦਾ ਕੰਮ ਕਰਨਾ ਉੱਥੇ ਕੋਈ 1-2 ਗੱਡੀਆਂ ਲੈ ਕੇ MLA MP ਜਾ ਸਕਦਾ ਹੈ, ਅਸੀਂ ਵਿਰੋਧ ਨਹੀਂ ਕਰਾਂਗੇ। ਪਰ ਇਹ ਇੱਕ ਇਸ ਆੜ 'ਚ ਵੀ ਮੈਂ ਇੱਥੇ ਮੱਥਾ ਟੇਕਣਾ ਉੱਥੇ ਟੇਕਣਾ ਮੰਤਰੀ ਬਣ ਕੇ ਆਇਆ, ਪਰ ਇਹਨੇ ਕਾਫਲਾ ਕਰਕੇ ਆਪਦਾ ਸ਼ਕਤੀ ਪ੍ਰਦਰਸ਼ਨ ਕਰ ਰਿਹਾ। ਜੇ ਇਹਨਾਂ ਦੀ ਸ਼ਕਤੀ ਇੰਨੀ ਆ ਤਾਂ ਕਾਨੂੰਨ ਰੱਦ ਕਰਾ ਕੇ ਲਿਆਉਣ ਜਾਣ ਖਾ ਦਿੱਲੀ ਇਹਨੂੰ ਬੈਠੇ ਜਾ ਕੇ ਮੰਤਰੀ ਉੱਥੇ ਬੈਠੇ ਸੰਸਦ ਦੇ ਸਾਹਮਣੇ ਬੈਠੇ ਕਹੇ ਉਹਨਾਂ ਚਿਰ ਆਉਂਦੇ ਨਹੀਂ ਜਿੰਨਾ ਚਿਰ ਰੱਦ ਨਹੀਂ ਹੁੰਦੇ। ਡਰਾਮੇ ਕਿਉਂ ਕਰਦੇ ਆ? ਡਰਾਮੇ ਕਰ ਕਰਕੇ ਇਹਨਾਂ ਨੇ ਸਾਡੇ ਗਲ 'ਚ ਫਾਂਸੀ ਦਾ ਰੱਸਾ ਪਾਤਾ। ਇਹ ਆਰਡੀਨੈਂਸ ਪਹਿਲੀ ਰਾਜਾ ਵੜਿੰਗ ਨੂੰ ਸਾਡਾ ਇਹ ਸਵਾਲ ਹੋਊਗਾ, ਤੁਸੀਂ ਵੀ ਪੁੱਛ ਲਿਓ, ਹੁਣ ਤੁਸੀਂ ਵੀ ਉਹਦੇ ਅੱਗੇ ਜਾਣਾ ਹੈ, ਉਹ ਤੋਂ ਸਵਾਲ ਪੁੱਛਣੇ ਆ। ਪਹਿਲਾ ਸਾਡਾ ਕਾਂਗਰਸ ਦੇ ਇਸ ਮੰਤਰੀ ਨੂੰ ਇਹ ਸਵਾਲ ਆ ਵੀ ਤੁਸੀਂ ਕਹਿੰਦੇ ਹੋ ਜੇ ਗੈਟ ਮਾੜਾ ਹੈ, ਤਾਂ ਜੇ ਗੈਟ ਮਾੜਾ ਹੈ, ਕਿਸਾਨ ਵਿਰੋਧੀ ਹੈ, ਤਾਂ ਤੁਹਾਡੀ ਪਾਰਟੀ ਲੈ ਕੇ ਆਈ ਆ। ਜਿਹੜੀ ਪਾਰਟੀ ਕਿਸਾਨ ਵਿਰੋਧੀ ਇੱਕ ਲੈ ਕੇ ਆਈ ਆ ਇਹ ਦਸਤਾਵੇਜ਼ ਗੈਟ ਤੇ ਸਾਈਨ ਕੀਤੇ ਆ, ਤਾਂ ਜੇ ਰਾਜਾ ਵੜਿੰਗ ਕਿਸਾਨ ਹਿਤੈਸ਼ੀ ਆ ਉਹ ਪਾਰਟੀ ਛੱਡ ਦੇਵੇ। ਰਾਜਾ ਵੜਿੰਗ ਨੇ ਤਾਂ ਇਹ ਵੀ ਕਿਹਾ ਕਿ ਜਿਹੜੇ ਸ਼ਹੀਦ ਹੋਏ ਕਿਸਾਨਾਂ ਨੂੰ ਨੌਕਰੀਆਂ ਦੇ ਪੱਤਰ ਵੀ ਦੇ ਕੇ ਆਵਾਂਗੇ। ਵੇਖੋ ਸ਼ਹੀਦਾਂ ਨੂੰ ਦਿੱਤੇ ਧੰਨਵਾਦ ਜਿਹੜਾ ਕਰ ਰਿਹਾ, ਸ਼ਹੀਦਾਂ ਨੂੰ ਧੰਨਵਾਦ ਜਿਹੜਾ ਕਰ ਰਿਹਾ, ਇਹ ਐਵੇਂ ਕਹਿਣਗੇ ਵੀ ਇਹ ਸ਼ਹੀਦ ਹੋਏ ਜਿਹੜੇ ਇਹਨਾਂ ਦਾ ਕਾਤਲ ਆ ਜਿਹੜਾ ਮੋਦੀ ਆ। ਅਸੀਂ ਕਹਿੰਦੇ ਆ ਵੀ ਸ਼ਹੀਦਾਂ ਦਾ ਕਾਤਲ ਮੋਦੀ ਆ, ਪਰ ਦੂਜੇ ਪਾਸੇ ਸਵਾਲ ਤਾਂ ਇਹ ਵੀ ਪੈਦਾ ਹੋ ਗਿਆ ਨਾ, ਜੇ ਸ਼ਹੀਦਾਂ ਦਾ ਜਿਹੜੇ ਕਿਸਾਨ ਸ਼ਹੀਦ ਆ ਉਹਨਾਂ ਦਾ ਕਾਤਲ ਮੋਦੀ ਹੈ, ਤਾਂ ਜਿਹੜੇ ਸਿੱਖ ਸ਼ਹੀਦ ਹੋਏ ਆ 84 ਵੇਲੇ ਉਹਨਾਂ ਦੀ ਕਾਤਲ ਇੰਦਰਾ ਗਾਂਧੀ ਆ। ਰਾਜੇ ਨੇ ਇਹ ਵੀ ਸੋਚ ਲੈਣਾ ਚਾਹੀਦਾ, ਮੈਨੂੰ ਇਹ ਪਾਰਟੀ ਜੁਆਇਨ ਨਹੀਂ ਕਰਨੀ ਚਾਹੀਦੀ ਸੀ, ਮੈਨੂੰ ਇਸ ਪਾਰਟੀ ਦੇ ਵਿੱਚ। ਅਮਰਿੰਦਰ ਸਿੰਘ ਬਾਰੇ ਕੀ ਕਹੋਗੇ? ਉਹ
ਜਿਹੜੇ ਹੈਗੇ ਅਮਿਤ ਸ਼ਾਹ ਨੂੰ ਮਿਲੇ ਨੇ। ਵੇਖੋ ਅਮਿਤ ਸ਼ਾਹ ਨੂੰ ਮਿਲਿਓ, ਇਹ ਤਾਂ ਫਸਲੀ ਬਟੇਰੇ ਹੁੰਦੇ ਆ ਸਿਆਸੀ ਜਿਹੜੇ। ਅਸਲ ਦੇ ਵਿੱਚ ਇਹ ਸਿਆਸੀ ਆ ਜਿਹੜੇ, ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਹੁੰਦੇ ਆ। ਜਿਹੜੇ ਪਾਸਿਓਂ ਵੱਧ ਦਲਾਲੀ ਮਿਲੂ ਇਹਨਾਂ ਨੇ ਉਸੇ ਪਾਸੇ ਜਾਣਾ। ਜਿਵੇਂ ਨਵਜੋਤ ਸਿੱਧੂ ਇੱਧਰ ਟਪੂਸੀ ਮਾਰ ਕੇ ਆ ਗਿਆ, ਦੂਜਾ ਇੱਧਰ ਜਾਊਗਾ। ਦਲਾਲ ਆ, ਦਲਾਲ ਨੇ ਦਲਾਲੀ ਦਾ ਕੰਮ ਕਰਨਾ। ਜਿੱਥੇ ਸੌਦਾ ਉਹਨੂੰ ਚੰਗਾ ਲੱਗੂਗਾ, ਜਿਹੜੇ ਸੌਦੇ 'ਚੋਂ ਵੱਧ ਨਫਾ ਮਿਲੂਗਾ, ਦਲਾਲ ਉੱਧਰ ਜਾਣਗੇ। ਕੈਪਟਨ ਵੀ ਦਲਾਲ ਆ, ਰਾਜਾ ਵੀ ਦਲਾਲ ਆ, ਸਿੱਧੂ ਵੀ ਦਲਾਲ ਆ। ਇਹ ਕਾਰਪੋਰੇਟ ਘਰਾਣਿਆਂ ਦੇ ਦਲਾਲ ਆ। ਦਲਾਲ 'ਚ ਤਿੰਨ ਦੱਦੇ, ਇੱਕ ਦੱਦਾ ਤੇ ਦੋ ਲੱਲੇ ਲੱਗਦੇ ਆ। ਜੇ ਇੱਕ ਲੱਲਾ ਹਟਾ ਕੇ ਦੱਦਾ ਲਾ ਦੀ ਤੇ ਉਹ ਤੁਸੀਂ ਵੇਖ ਲਓ ਕੀ ਬਣਦਾ।